भाजपा के अंदर ਜਿਹੜੀਆਂ ਸਰਵੇ ਰਿਪੋਰਟਾਂ ਸੀ कि जेकर विरोधी दल इकट्ठे हो जाते हैं जी ਤਾਂ भी बीजेपी ਉਹਦੇ ਵਿੱਚੋਂ ਲਾਹਾ ਲੈ ਸਕਦੀ ਹੈ। लगातार 3 ਵਾਰ ਸਰਕਾਰ ਬਣੀ ਹੋਵੇ ਕੇਜਰੀਵਾਲ ਦੀ जी ਦਿੱਲੀ ਦੇ ਵਿੱਚ ਲਗਾਤਾਰ ਤੁਸੀਂ ਜਿੱਤਦੇ ਆ ਰਹੇ ਹੋਵੋ ਤੇ ਉਸ ਦੇ ਬਾਵਜੂਦ ਤੁਸੀਂ ਦਿੱਲੀ ਦੇ ਵਿੱਚ ਇੱਕ ਵੀ ਮੈਂਬਰ ਪਾਰਲੀਮੈਂਟ ਜਿੱਤ ਨਾ ਪਾਓ। 7 ਦੀਆਂ 7 ਬੀਜੇਪੀ ਲੈ ਗਈ। ਆ ਇੱਥੋਂ ਹੰਸਰਾਜ ਨੂੰ ਲੈ ਗਏ ਸੀ ਚੱਕ ਕੇ, ਉਹ ਵੀ ਜਿੱਤ ਗਿਆ ਉੱਥੇ ਜਾ ਕੇ। ਹੁਣ ਪੰਜਾਬ 'ਚ ਸਰਕਾਰ ਆਮ ਆਦਮੀ ਪਾਰਟੀ ਦੀ ਆ, ਮੈਂਬਰ ਪਾਰਲੀਮੈਂਟ ਵੱਧ ਕਾਂਗਰਸ ਦੇ ਨੇ। ਅਗਲੇ ਕਹਿਣਗੇ ਅਸੀਂ ਵੱਧ ਲੈਣੀਆਂ। ਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਅੱਜ ਕੱਲ੍ਹ ਗੋਲ ਗੱਪੇ, ਠੰਡਾ ਪਾਣੀ, ਇਹ ਸਾਰਾ ਕੁਝ ਪੀਂਦੇ ਫਿਰ ਰਹੇ ਨੇ ਚਾਂਦਨੀ ਚੌਂਕ ਦੇ ਵਿੱਚ। ਸੋ ਇਸ ਲਈ ਉਹ ਨਜ਼ਰ 'ਚ ਰਹਿਣਾ ਚਾਹੁੰਦੇ ਨੇ, ਉਹ ਚਰਚਾ 'ਚ ਰਹਿਣਾ ਚਾਹੁੰਦੇ ਨੇ। दूजे पासे किसान अजे भी निराश नज़र आ रहे हैं। ना उत्थे पीण वाले पानी का कोई प्रबंध है तो काफ़ी सवालिया निशान मुड़ तो सरकार ते खड़े हो रहे हैं। बिल्कुल जतिंदर जी, पीने वाले पानी का प्रबंध मंडियां 'ਚ पूरी तरह नहीं है, पर फसल ਨੂੰ ਰੋੜ ਕੇ ਲਿਜਾਣ ਵਾਲਾ ਪਾਣੀ ਬਹੁਤ ਹੈ। ਇਹ ਉਮੀਦ नहीं ਸੀ ਜੀ कि ਇੰਨੀ ਕਣਕ ਇਕੱਠੀ ਆ ਜੀ। ਹੱਦ ਹੈ, ਇਹ ਕੋਈ ਪਹਿਲੀ ਵਾਰ ਦਾ ਵਰਤਾਰਾ। बिल्कुल ਰਾਜੀਤ ਜਦੋਂ ਪੰਜਾਬ 'ਚ ਸੀ जी ਹੈ, ਜਦੋਂ ਤੁਸੀਂ ਉਹਦੇ ਖਿਲਾਫ ਲਿਫਾਫਾ ਖੋਲ੍ਹਿਆ, ਜੇਕਰ ਤੁਹਾਨੂੰ ਪਤਾ ਸੀ ਕਿ ਕਾਰਵਾਈ ਇੱਥੇ ਤੱਕ ਜਾਣੀ ਹੈ ਤਾਂ ਫਿਰ ਉਸ ਹਵਾਲੇ ਨਾਲ ਕਾਰਵਾਈ ਕਿਉਂ ਨਹੀਂ ਕਰ ਲਈ? सत श्री अकाल। ग्लोबल पंजाब टीवी वेख रहे सारे दर्शकों का स्वागत। मैं जतिंदर कौर। डिस्कशन पॉइंट प्रोग्राम दे विच अक्सर वड्डियां खबरां ते चर्चा की जाती है। वड्डियां खबरां चाहे पंजाब दे नाल संबंधित होण जां फिर देशां विदेशां दे नाल संबंधित होण, इन्हां खबरां ते चर्चा करन दे लई हर वार दी तरह स्टूडियो विच मेरे नाल मौजूद ने सीनियर पत्रकार दीपक शर्मा चनारथल जी। सब तो पहला प्रोग्राम डिस्कशन पॉइंट विच उन्हां दा स्वागत करदे हां। स्वागत सर तुहाडा प्रोग्राम डिस्कशन पॉइंट। शुक्रिया जतिंदर जी। सारे दर्शकों ਨੂੰ मेरी प्यार भरी सत श्री अकाल। दीपक जी, डिस्कशन पॉइंट प्रोग्राम की शुरुआत 2024 ਦੀਆਂ ਚੋਣਾਂ ਤੋਂ ਕਰ ਲੈਂਦੇ ਆ। ਇਸੇ ਪ੍ਰੋਗਰਾਮ ਦੇ ਵਿੱਚ ਆਪਾਂ ਡਿਸਕਸ ਕੀਤਾ ਸੀ ਕਿ ਪ੍ਰਧਾਨ ਮੰਤਰੀ ਚਾਹੁੰਦੇ ਸੀ ਕਿ 2024 ਦੇ ਵਿੱਚ ਜਿੰਨੇ ਵੀ ਵਿਰੋਧੀ ਦਲ ਨੇ ਉਹ ਮੇਰੇ ਖਿਲਾਫ ਇਕੱਠੇ ਹੋ ਕੇ ਲੜਨ, ਤੇ ਹੁਣ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ 2024 ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਵਾਲੇ ਵੀ ਇਕੱਠੇ ਹੋ ਸਕਦੇ ਨੇ। ਕਿੰਨੀ ਕੁ ਸੱਚਾਈ ਇਸ ਖਬਰ ਦੇ ਵਿੱਚ? ਬਿਲਕੁਲ ਜੀ, ਇਹ ਗੱਲ ਤੁਹਾਡੀ ਦਰੁਸਤ ਹੈ ਕਿ ਭਾਜਪਾ ਦੇ ਅੰਦਰ ਜਿਹੜੀਆਂ ਸਰਵੇ ਰਿਪੋਰਟਾਂ ਸੀ ਕਿ ਜੇਕਰ ਵਿਰੋਧੀ ਦਲ ਇਕੱਠੇ ਹੋ ਜਾਂਦੇ ਨੇ ਜੀ ਤਾਂ ਵੀ ਬੀਜੇਪੀ ਉਹਦੇ ਵਿੱਚੋਂ ਲਾਹਾ ਲੈ ਸਕਦੀ ਆ ਕਿ ਉਹਨਾਂ ਨੂੰ ਇਕੱਠਿਆਂ ਉਹਨਾਂ ਖਿਲਾਫ ਰਣਨੀਤੀ ਬਣਾਉਣ ਦਾ, ਇਕੱਠਿਆਂ ਪ੍ਰਚਾਰ ਕਰਨ ਦਾ, ਜਾਂ ਇਹ ਕਹਿ ਕੇ ਭੰਡਣ ਦਾ ਕਿ ਜੇ ਇਹਨਾਂ ਨੂੰ ਸੀਬੀਆਈ ਨੇ, ਈਡੀ ਨੇ, ਇਨਕਮ ਟੈਕਸ ਨੇ, ਭ੍ਰਸ਼ਟਾਚਾਰ ਨੇ ਇਹਨਾਂ ਨੂੰ ਇਕੱਠਿਆਂ ਕਰਤਾ, ਇਸ ਲਈ ਇਕੱਠੇ ਹੋਏ ਨੇ ਆਪਣੇ ਚਮੜੀ ਬਚਾਉਣ ਦੇ ਲਈ। ਸੋ ਇਸ ਲਈ ਬੀਜੇਪੀ ਇਸ ਤੇ ਕੰਮ ਕਰ ਰਹੀ ਹੈ। ਪਰ ਇੱਧਰ ਦੂਸਰੇ ਪਾਸੇ ਤੁਹਾਡੀ ਗੱਲ ਇਹ ਬਿਲਕੁਲ ਦਰੁਸਤ ਹੈ। ਸਵਾਲ ਤੁਹਾਡਾ ਬਿਲਕੁਲ ਜਾਇਜ਼ ਹੈ ਕਿ 2024 ਦੀਆਂ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਇਸ ਗੱਲ ਤੇ ਮੰਥਨ ਕਰਨ ਲੱਗੀ ਹੈ ਕਿ ਕੀ ਆਪਾਂ ਇਕੱਠਿਆਂ ਹੋ ਕੇ ਲੜ ਲਈਏ। ਜਦੋਂ ਇਹ ਚਰਚਾ ਕਾਂਗਰਸ ਚੱਲੀ ਤਦ ਕੁਝ ਲੀਡਰਾਂ ਨੇ, ਕਾਂਗਰਸੀਆਂ ਨੇ ਅੰਦਰ ਆਵਾਜ਼ ਚੁੱਕੀ ਕਿ ਨਹੀਂ ਜੀ ਦੇਖੋ ਜੀ, ਉਹ ਤਾਂ ਹਰ ਥਾਂ ਆਪਾਂ ਨੂੰ ਹੀ ਖਾ ਰਹੀ ਹੈ। ਦਿੱਲੀ 'ਚ ਆਪਾਂ ਨੂੰ ਖਾ ਗਈ ਹੈ ਨਾ, ਗੁਜਰਾਤ ਜਾ ਕੇ ਉਹਨਾਂ ਕਰਕੇ ਅਸੀਂ ਹਾਰ ਗਏ, ਦੇਸ਼ ਦੇ ਵਿੱਚ ਕਈ ਥਾਵਾਂ ਤੇ ਅਸੀਂ ਉਹਨਾਂ ਕਰਕੇ ਪਛੜੇ, ਪੰਜਾਬ 'ਚ ਅੱਜ ਉਹ ਨੇ ਅਸੀਂ ਪਿੱਛੇ ਰਹਿ ਗਏ, ਕੱਲ੍ਹ ਨੂੰ ਰਾਜਸਥਾਨ ਦੇ ਵਿੱਚ, ਕਰਨਾਟਕਾ 'ਚ ਸਾਨੂੰ ਤੰਗ ਕਰ ਸਕਦੇ ਨੇ। ਸੋ ਇਸ ਲਈ ਇਸ ਹਵਾਲੇ ਨਾਲ ਪਰ ਜ਼ਿਆਦਾਤਰ ਦਾ ਸੀਗਾ ਕਿ ਬਿਲਕੁਲ ਜੇ ਬੀਜੇਪੀ ਨੂੰ ਹਰਾਉਣਾ ਤਾਂ ਇਕੱਠੇ ਹੋਣ 'ਚ ਕੋਈ ਹਰਜ ਨਹੀਂ। ਔਰ ਇਹੀ ਆਵਾਜ਼ ਹੁਣ ਆਮ ਆਦਮੀ ਪਾਰਟੀ ਦੇ ਅੰਦਰੋਂ ਆਉਣ ਲੱਗੀ ਆ ਕਿ ਹੌਲੀ ਹੌਲੀ ਨੇੜੇ ਲੱਗੋ। 24 ਜਾ ਕੇ ਜੇਕਰ ਇਕੱਠਿਆਂ ਲੜਨਾ ਪਿਆ, ਇਕੱਠਿਆਂ ਲੜਨ ਦਾ ਫਾਰਮੂਲਾ ਕੀ ਆ ਕਿ ਜੇ ਉਵੇਂ ਗੱਠਜੋੜ ਨਹੀਂ ਕਰਨਾ ਤਾਂ ਜਿੱਥੇ ਜਿੱਥੇ ਕਾਂਗਰਸ ਉਮੀਦਵਾਰ ਦਵੇ ਉੱਥੇ ਉੱਥੇ ਆਪ ਨਾ ਲੜੇ, ਜਿੱਥੇ ਜਿੱਥੇ ਆਪ ਉਮੀਦਵਾਰ ਦਵੇ ਉੱਥੇ ਉੱਥੇ ਕਾਂਗਰਸ ਨਾ ਲੜੇ। 2014 ਦੇ ਵਿੱਚ ਆਮ ਆਦਮੀ ਪਾਰਟੀ ਲਗਭਗ ਦੇਸ਼ 'ਚ ਸਾਰੀਆਂ ਲੋਕ ਸਭਾ ਸੀਟਾਂ ਤੇ ਲੜੀ, 70 ਸੀਟਾਂ ਤੇ ਲੜੀ ਮਤਲਬ। ਤੇ ਹੋਇਆ ਕੀ, ਨਤੀਜੇ ਕੀ ਆਏ? ਪੰਜਾਬ 'ਚ ਸਿਰਫ 4 ਸੀਟਾਂ ਮਿਲੀਆਂ, ਕੁਛ ਨਹੀਂ ਆਇਆ ਜੀ। ਪੰਜਾਬ ਨੇ ਪਹਿਲ ਕਦਮੀ ਕਰਕੇ 4 ਜਿਤਾ ਕੇ ਭੇਜਦੇ। 2019 ਦੇ ਵਿੱਚ ਦਿੱਲੀ ਦੇ ਵਿੱਚ ਇੱਕ ਵੀ ਸੀਟ ਨਹੀਂ ਆਈ। ਲਗਾਤਾਰ 3 ਵਾਰ ਸਰਕਾਰ ਬਣੀ ਹੋਵੇ ਕੇਜਰੀਵਾਲ ਦੀ ਦਿੱਲੀ ਦੇ ਵਿੱਚ, ਲਗਾਤਾਰ ਤੁਸੀਂ ਜਿੱਤਦੇ ਆ ਰਹੇ ਹੋਵੋ ਤੇ ਉਸ ਦੇ ਬਾਵਜੂਦ ਤੁਸੀਂ ਦਿੱਲੀ ਦੇ ਵਿੱਚ ਇੱਕ ਵੀ ਮੈਂਬਰ ਪਾਰਲੀਮੈਂਟ ਜਿੱਤ ਨਾ ਪਾਓ। 7 ਦੀਆਂ 7 ਬੀਜੇਪੀ ਲੈ ਗਈ। ਆ ਇੱਥੋਂ ਹੰਸਰਾਜ ਨੂੰ ਲੈ ਗਏ ਸੀ ਚੱਕ ਕੇ, ਉਹ ਵੀ ਜਿੱਤ ਗਿਆ ਉੱਥੇ ਜਾ ਕੇ। ਸੋ ਇਸ ਲਈ ਉਹ 7 ਦੀਆਂ 7 ਜਾਣ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਇਹ ਸੋਚ ਰਹੀ ਆ ਕਿ ਅਸੀਂ ਜੇਕਰ ਕਾਂਗਰਸ ਨਾਲ ਗੱਠਜੋੜ ਹੋ ਗਿਆ ਤਾਂ ਦਿੱਲੀ ਦੀਆਂ ਜੇ 3 ਸੀਟਾਂ ਕਰਵਾਨ ਕਰਨੀਆਂ ਪਈ, ਕਰਵਾਨ ਤਾਂ ਕਰੋਗੇ ਤੁਹਾਡੇ ਕੋਲ ਕੋਈ ਹੋਊਗੀ, ਤੁਹਾਡੇ ਕੋਲ ਤਾਂ ਕੋਈ ਵੀ ਨਹੀਂ। ਹਾਂ, ਤੁਸੀਂ ਇਹ ਕਹਿ ਸਕਦੇ ਹੋ ਕਿ ਅਸੀਂ ਸਰਕਾਰ 'ਚ ਜੀ, ਇਸ ਲਈ 4 ਸਾਨੂੰ ਛੱਡ ਦਿਓ, 3 ਤੁਹਾਨੂੰ ਦਿੱਤੀਆਂ। ਤੇ ਇਹ ਸਮਝੌਤੇ ਉੱਤੇ ਵੀ ਵਿਚਾਰ ਚਰਚਾ ਚੱਲ ਰਹੀ ਆ ਜੀ। ਪਰ ਮਸਲਾ ਤਾਂ ਕਿ ਪੰਜਾਬ 'ਚ ਫਸਣਾ ਜਤਿੰਦਰ ਜੀ।
ਹੁਣ ਪੰਜਾਬ 'ਚ ਸਰਕਾਰ ਆਮ ਆਦਮੀ ਪਾਰਟੀ ਦੀ ਆ, ਮੈਂਬਰ ਪਾਰਲੀਮੈਂਟ ਵੱਧ ਕਾਂਗਰਸ ਦੇ ਨੇ, ਅਗਲੇ ਕਹਿਣਗੇ ਅਸੀਂ ਵੱਧ ਲੈਣੀ ਆ। ਹੁਣ ਪਹਿਲਾ ਸਵਾਲ ਤਾਂ ਇਹ ਕਿ ਕੀ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਇਸ ਗੱਲ ਹੀ ਮੰਨੂਗੀ ਕਿ ਉਹਨਾਂ ਨਾਲ ਗੱਠਜੋੜ ਕਰ ਲਓ? ਅਗਲੇ ਕਹਿਣਗੇ ਜਿਸ ਤਾਂ 13 ਜਿਤਾ ਦਾਂਗੇ, ਜਿੱਤੇ ਚਾਹੇ 3 ਨਾ, ਦਮ ਪਰ ਨੂੰ ਕੀ ਹੈ ਕਿਸ ਤਾਂ 13 ਜਿਤਾ ਦਾਂਗੇ ਨਾ ਜੀ, ਗੱਠਜੋੜ ਨਾ ਕਰੋ। ਜਿਵੇਂ ਬੀਜੇਪੀ ਵਾਲੇ ਰੌਲਾ ਪਾਉਂਦੇ ਸੀ ਕਿ ਅਕਾਲੀਆਂ ਨਾਲ ਗੱਠਜੋੜ ਤੋੜੋ ਜੀ, ਹੁਣ ਟੁੱਟ ਗਿਆ। ਹੁਣ ਜਲੰਧਰ ਵਾਲੀ ਸੀਟ ਫੇਰ ਨਹੀਂ ਮਿਲੀ, ਅਗਲੇ ਨੇ ਲਿਆ ਕੇ ਅਕਾਲੀ ਜੋ ਬੰਦੇ ਨੂੰ ਦੇਤੀ ਜੀ। ਸੋ ਇਸ ਲਈ ਇਹ ਕੀ ਹੋਣਾ ਇਹ ਜੇ ਪਤਾ ਨਹੀਂ, ਪਰ ਇਸ ਗੱਲ ਦੀ ਬਿਉਂਤਬੰਦੀ ਆਮ ਆਦਮੀ ਪਾਰਟੀ ਦੇ ਔਰ ਕਾਂਗਰਸ ਦੇ ਵਿਹੜੇ ਦੇ ਅੰਦਰ ਚਰਚਾ ਚੱਲ ਪਈ ਆ ਕਿ 24 ਦੇ ਵਿੱਚ ਜੇਕਰ ਮੋਦੀ ਨੂੰ ਹਰਾਉਣਾ, ਕਿਉਂਕਿ ਅਰਵਿੰਦ ਕੇਜਰੀਵਾਲ ਇਸ ਲਈ ਦੇਖ ਰਹੇ ਨੇ ਕਿ ਜੇਕਰ ਮੇਰਾ ਦਾ ਲੱਗ ਜੂਗਾ ਸ਼ਾਇਦ ਜਿਵੇਂ ਵਿੱਚ ਆ ਗਿਆ ਜੀ, ਕਿ ਹੋ ਸਕਦਾ ਰਾਹੁਲ ਗਾਂਧੀ ਨੂੰ ਲੀਡਰ ਨਾ ਪ੍ਰਵਾਨ ਕਰਨ, ਹੋ ਸਕਦਾ ਇੱਧਰ ਉੱਧਰ ਗੁਣੂਆ ਪੈਣਾ ਜੀ ਨਤੀਸ਼ ਮਮਤਾ ਤੇ ਕਿਸੇ ਨਾਲ ਸ਼ਾਇਦ ਮੈਂ ਹੀ ਮਨਾ ਲਵਾਂ। ਸੋ ਇਸ ਲਈ ਹਰੇਕ ਤੇ ਰਾਹੁਲ ਗਾਂਧੀ ਨੂੰ ਲੱਗਦਾ ਕਿ ਇੱਕ ਵਾਰ ਹੱਥ ਪੈ ਜਾਵੇ, ਬਾਅਦ ਚੋਂ ਦੇਖਾਂਗੇ, ਇੱਕ ਵਾਰ ਨੇੜੇ ਪਹੁੰਚ ਜਾਈਏ, ਕਿਸੇ ਦਾ ਬਹੁਮਤ ਦੇ ਨੇੜੇ ਨਹੀਂ ਜਾਂਦੇ। ਇਸ ਲਈ ਜੇਕਰ ਕਿਉਂਕਿ ਟਿਕਟ ਉਹਨਾਂ ਨੂੰ ਇਹ ਹੈ ਕਿ ਸਾਡੀ ਵੋਟ ਕੱਟਦਾ ਕੌਣ ਹੈ ਜੀ, ਆਮ ਆਦਮੀ ਪਾਰਟੀ, ਜੇ ਉਹੀ ਨਾਲ ਆ ਗਈ ਤਾਂ ਸਾਡੀਆਂ ਵੋਟਾਂ ਇਕੱਠੀਆਂ ਹੋ ਜਾਣਗੀਆਂ, ਉਹਦੇ ਨਾਲ ਅਸੀਂ ਬੀਜੇਪੀ ਨੂੰ ਹਰਾ ਸਕਦੇ ਹਾਂ। ਹੁਣ ਪੰਜਾਬ ਦੇ ਵਿੱਚ ਜਲੰਧਰ ਜਿਮਨੀ ਚੋਣ ਆ ਜੀ, ਤੇ ਜਲੰਧਰ ਜਿਮਨੀ ਚੋਣ ਦੇ ਨਤੀਜਿਆਂ ਤੋਂ ਬਾਅਦ ਕਾਫੀ ਕੁਝ ਤੈਅ ਹੋਣਾ ਕਿ ਜੇ 24 ਚ ਇਕੱਠਿਆਂ ਵੀ ਹੋਣਾ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਤਾਂ ਉਹ ਕਿਹੜੇ ਫਾਰਮੂਲੇ ਤੈਅ ਹੋ ਸਕਦੇ ਨੇ। ਇਸ ਮੌਕੇ 8 ਮੈਂਬਰ ਪਾਰਲੀਮੈਂਟ ਨੇ 13 ਦੇ ਵਿੱਚੋਂ ਕਾਂਗਰਸ ਦੇ। 2019 ਦੇ ਵਿੱਚ ਜਿਹੜੀਆਂ 4 ਲੈ ਕੇ ਆਮ ਆਦਮੀ ਪਾਰਟੀ ਆਈ ਸੀ ਉਹ ਚੋਂ ਇੱਕ ਬਚੀ ਸੀ ਭਗਵੰਤ ਮਾਨ ਵਾਲੀ, ਉਹ ਵੀ ਜਿਮਨੀ ਚੋਣ 'ਚ ਹਾਰ ਗਏ। ਹੁਣ ਅੱਜ ਇੱਕ ਵੀ ਮੈਂਬਰ ਪਾਰਲੀਮੈਂਟ ਪੰਜਾਬ 'ਚ ਵੀ ਆਮ ਆਦਮੀ ਪਾਰਟੀ ਕੋਲ ਨਹੀਂ ਹੈਗਾ, ਨਾ ਹੀ ਦਿੱਲੀ 'ਚ ਕੋਈ ਹੈਗਾ। ਸਰਕਾਰ ਦਿੱਲੀ 'ਚ ਵੀ ਹੈਗੀ, ਸਰਕਾਰ ਪੰਜਾਬ 'ਚ ਵੀ ਹੈਗੀ। ਤੇ ਹੁਣ ਜਲੰਧਰ ਵਾਲੀ ਜਿਮਨੀ ਚੋਣ ਦੇ ਨਤੀਜੇ ਤੋਂ ਬਾਅਦ ਜੇਕਰ ਫਿਰ ਕਾਂਗਰਸ ਦੇ 8 ਦੇ 8 ਰਹਿੰਦੇ ਨੇ ਤਾਂ ਵੀ ਅਗਲੇ ਕਹਿਣਗੇ ਸਾਡੇ ਕੋਲ ਵੱਧ ਨਹੀਂ ਜੀ 13 ਚੋਂ। ਜੇ 7 ਵੀ ਰਹਿ ਗਏ ਤਾਂ ਵੀ ਉਹ ਕਹਿਣਗੇ 7 ਸਾਡੇ ਕੋਲ ਬਾਕੀਆਂ ਨਾਲੋਂ ਵੱਧ ਨੇ, ਕਿਉਂਕਿ ਇਸ ਮੌਕੇ 4 ਚੋਂ 2 ਬੀਜੇਪੀ ਕੋਲ ਨੇ, 2 ਅਕਾਲੀ ਦਲ ਕੋਲ। ਅਕਾਲੀ ਦਲ ਕੋਲ ਵੀ ਕਿਉਂ, ਬਾਦਲਾਂ ਕੋਲ ਨੇ, ਮਤਲਬ ਘਰੇ ਹੀ ਨਾ, ਸੁਖਬੀਰ ਬਾਦਲ ਤੇ ਹਰਸਿਮਰਤ ਘਰ 'ਚ ਨੇ। ਸੋ ਇਸ ਲਈ 4 ਉੱਧਰ 8 ਇੱਧਰ ਤੇ 1 ਆਮ ਆਦਮੀ ਪਾਰਟੀ ਕੋਲ ਸੀ, ਜਿਹੜਾ ਹੁਣ ਚਲਾ ਗਿਆ ਸਿਮਰਜੀਤ ਮਾਨ ਕੋਲ। ਸੋ ਲੈ ਦੇ ਕੇ ਆਮ ਆਦਮੀ ਪਾਰਟੀ ਦੇ ਫਿਲਹਾਲ ਹੱਥ ਖਾਲੀ ਨੇ। ਜਿਮਨੀ ਚੋਣ ਦੇ ਨਤੀਜਿਆਂ ਤੋਂ ਬਾਅਦ ਪਤਾ ਲੱਗਿਆ ਕਿ 1 MP ਆਉਂਦੀ ਵੀ ਹੈ ਜਾਂ ਨਹੀਂ। ਸੋ ਇਸ ਲਈ ਹੁਣ ਇੱਥੇ ਪੇਚ ਫਸਣਾ ਕਿ ਪੰਜਾਬ ਦੀ ਕਾਂਗਰਸ ਉਹਨਾਂ ਨਾਲ ਕਿਹੜੇ ਫਾਰਮੂਲੇ ਤੇ ਸਮਝੌਤਾ ਕਰੂਗੀ, ਦਿੱਲੀ ਦੀ ਕਾਂਗਰਸ ਕਿਹੜੇ ਫਾਰਮੂਲੇ ਤੇ ਸਮਝੌਤਾ ਕਰੂਗੀ, ਕੀ ਉਹ ਹਾਈ ਕਮਾਂਡ ਦਾ ਹੁਕਮ ਮੰਨਣਗੇ। ਕਿਉਂਕਿ ਇਸ ਮੌਕੇ ਜਦੋਂ ਕੇਜਰੀਵਾਲ ਦੀ ਰੌਲਾ ਪਿਆ ਕਿ ਉਹਨੂੰ ਸੱਦ ਲਿਆ ਜੀ CBI ਨੇ, ਬਾਹਰ ਧਰਨੇ ਮੁਜ਼ਾਹਰੇ ਸ਼ੁਰੂ ਹੋ ਗਏ, ਤਾਂ ਕਾਂਗਰਸ ਨੇ ਵੀ ਥੋੜਾ ਜਿਹਾ ਦਬੀ ਜੀ ਆਵਾਜ਼ 'ਚ ਸਮਰਥਨ ਦਿੱਤਾ ਜੀ। 1-2 ਲੀਡਰ ਬੋਲਣ ਲੱਗੇ, ਉਹਨਾਂ ਨੂੰ ਚੁੱਪ ਕਰਾਇਆ ਹਾਈ ਕਮਾਂਡ, ਕਹਿੰਦਾ ਉਹਨਾਂ ਦਾ ਖਿਲਾਫ ਨਹੀਂ ਬੋਲਣਾ, ਕੋਈ ਗੱਲ ਨਹੀਂ, ਪਤਾ ਨਹੀਂ ਕਿੱਥੇ ਲੋੜ ਪੈ ਜਾਵੇ ਇੱਕ ਦੂਏ ਦੀ। ਸੋ ਇਸ ਲਈ ਹੁਣ ਇਸ ਫਾਰਮੂਲੇ ਤੇ ਇੱਕ ਪਾਸੇ ਕੇਜਰੀਵਾਲ ਬੀਜੇਪੀ ਵਾਲੇ ਏਜੰਡੇ ਤੇ ਕੰਮ ਕਰਦੇ ਨਜ਼ਰ ਆਉਂਦੇ ਨੇ, ਉਹਨਾਂ ਨੂੰ ਲੱਗਦਾ ਕਿ ਇਹਦੇ ਨਾਲ ਦੇਸ਼ 'ਚ ਬਹੁ ਗਿਣਤੀ ਜਿਹੜਾ ਹਿੰਦੂ ਵਰਗ ਹੈ ਉਹ ਮੇਰੇ ਨਾਲ ਆ ਜਾਵੇ, ਉਹ ਉਸ ਫਾਰਮੂਲੇ ਤੇ ਵੀ ਚੱਲ ਰਹੇ ਨੇ। ਦੂਏ ਪਾਸੇ ਉਹ ਕਾਂਗਰਸ ਨਾਲ ਵੀ ਗੱਠਜੋੜ ਕਰਨਾ ਚਾਹੁੰਦੇ ਨੇ, ਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਅੱਜ ਕੱਲ੍ਹ ਗੋਲ ਗੱਪੇ, ਠੰਡਾ ਪਾਣੀ, ਇਹ ਸਾਰਾ ਕੁਝ ਪੀਂਦੇ ਫਿਰ ਰਹੇ ਨੇ ਚਾਂਦਨੀ ਚੌਂਕ ਦੇ ਵਿੱਚ। ਸੋ ਇਸ ਲਈ ਉਹ ਨਜ਼ਰ 'ਚ ਰਹਿਣਾ ਚਾਹੁੰਦੇ ਨੇ, ਉਹ ਚਰਚਾ 'ਚ ਰਹਿਣਾ ਚਾਹੁੰਦੇ ਨੇ। ਤੇ ਇਹ ਸਾਰਿਆਂ ਦੇ ਵਿਚਾਲੇ ਇਹ ਗੱਲ ਬਿਲਕੁਲ ਦਰੁਸਤ ਹੈ ਕਿ ਦੋਵਾਂ ਪਾਰਟੀਆਂ ਦੇ ਅੰਦਰ 2024 ਨੂੰ ਲੈ ਕੇ ਰਣਨੀਤੀ ਸਿਰਜਣੀ ਸ਼ੁਰੂ ਹੋ ਗਈ ਹੈ, ਨੀਤੀ ਘੜਨੀ ਸ਼ੁਰੂ ਹੋ ਗਿਆ। ਆਮੋ ਸਾਹਮਣੇ ਕਦੋਂ ਬੈਠਦੇ ਨੇ ਦੇਖਣ ਵਾਲੀ ਗੱਲ ਹੋਏਗੀ। ਫਿਲਹਾਲ ਦੋਵੇਂ ਪਾਰਟੀਆਂ ਆਪਣੇ ਆਪਣੇ ਘਰਾਂ ਦੇ ਅੰਦਰ ਬੈਠ ਕੇ ਸੋਚਣ ਲੱਗੀਆਂ ਨੇ ਕਿ ਜੇ 24 ਇਕੱਠਿਆਂ ਹੋ ਕੇ ਲੜ ਲਈਏ ਤਾਂ ਸ਼ਾਇਦ ਬੀਜੇਪੀ ਨੂੰ ਹਰਾ ਸਕਦੇ ਹਾਂ, ਮੋਦੀ ਨੂੰ ਗੱਦੀ ਤੋਂ ਲਾ ਸਕਦੇ ਹਾਂ, ਫਿਰ ਆਪਣਾ ਕਿਸੇ ਦਾ ਨੰਬਰ ਆ ਸਕਦਾ। ਕੀ ਉਹਦੇ ਲਈ ਇੱਕ ਫਾਰਮੂਲੇ ਤੇ ਆਉਣਗੇ ਕਿ ਗੱਠਜੋੜ ਕਰਕੇ ਲੜੋ, ਜਾਂ ਇਸ ਫਾਰਮੂਲੇ ਤੇ ਆਉਣਗੇ ਕਿ ਤੁਸੀਂ ਅੱਡ ਲੜੋ ਅਸੀਂ ਅੱਡ ਲੜੀਏ ਪਰ ਇੱਕ ਦੂਜੇ ਦੇ ਸਾਹਮਣੇ ਉਮੀਦਵਾਰ ਨਹੀਂ ਦੇਵਾਂਗੇ, ਜਾਂ ਫਿਰ ਲੜਨ ਤੋਂ ਬਾਅਦ ਸੋਚਣਾ ਗੱਠਜੋੜ ਦਾ। ਸੋ ਕੁਝ ਵੀ ਹੋਵੇ, ਇਹ ਅੰਦਰ ਖਿਚੜੀ ਪੱਕਣ ਲੱਗੀ ਆ ਔਰ ਇਹ ਖਿਚੜੀ ਪ੍ਰਵਾਨ ਚੜ ਸਕਦੀ ਹੈ। 2024 ਚ ਕਾਂਗਰਸ ਤੇ ਆਪ ਮਿਲ ਕੇ ਲੜ ਸਕਦੀ ਹੈ। ਬਿਲਕੁਲ ਬਿਲਕੁਲ। ਤਾਂ ਦੀਪ ਜੀ, ਪਹਿਲਾਂ ਤਾਂ ਬੇਮੌਸਮੀ ਬਰਸਾਤ ਨੇ ਕਿਸਾਨਾਂ ਦੀਆਂ ਖੜੀਆਂ ਖੇਤਾਂ ਦੇ ਵਿੱਚ ਫਸਲਾਂ ਤਬਾਹ ਕਰ ਦਿੱਤੀਆਂ, ਤੇ ਹੁਣ ਜਦੋਂ ਕਿਸਾਨ ਕਣਕ ਨੂੰ ਲੈ ਕੇ ਮੰਡੀਆਂ ਦੇ ਵਿੱਚ ਪਹੁੰਚੇ ਨੇ ਤਾਂ ਉੱਥੇ ਫਸਲ ਰੁਲ ਰਹੀ ਹੈ। ਕਿਸਾਨ ਡਾਢੇ ਪਰੇਸ਼ਾਨ ਨੇ, ਨਾ ਤਾਂ ਕੋਈ ਪੁਖਤਾ ਪ੍ਰਬੰਧ ਨੇ, ਕਿਉਂਕਿ ਸਰਕਾਰ ਦੇ ਵੱਲੋਂ ਦਾਅਵੇ ਤੇ ਵਾਅਦੇ ਕੀਤੇ ਗਏ ਸੀ ਕਿ ਮੰਡੀਆਂ ਦੇ ਵਿੱਚ ਪੁਖਤਾ ਪ੍ਰਬੰਧ ਕੀਤੇ ਗਏ ਨੇ, ਮੰਤਰੀਆਂ ਦੇ ਵੱਲੋਂ ਦੌਰੇ ਵੀ ਕੀਤੇ ਗਏ, ਪਰ ਦੂਜੇ ਪਾਸੇ ਕਿਸਾਨ ਅਜੇ ਵੀ ਨਿਰਾਸ਼ ਨਜ਼ਰ ਆ ਰਹੇ ਨੇ। ਨਾ ਉੱਥੇ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਹੈ, ਤੇ ਕਾਫੀ ਸਵਾਲੀਆ ਨਿਸ਼ਾਨ ਮੁੜ ਤੋਂ ਸਰਕਾਰ ਤੇ ਖੜੇ ਹੋ ਰਹੇ ਨੇ। ਬਿਲਕੁਲ ਜਤਿੰਦਰ ਜੀ, ਪੀਣ ਵਾਲੇ ਪਾਣੀ ਦਾ ਪ੍ਰਬੰਧ ਮੰਡੀਆਂ 'ਚ ਪੂਰੀ ਤਰ੍ਹਾਂ ਨਹੀਂ ਹੈਗਾ, ਪਰ ਫਸਲ ਨੂੰ ਰੋੜ ਕੇ ਲਿਜਾਣ ਵਾਲਾ ਪਾਣੀ ਬਹੁਤ ਹੈ। ਸੋ ਬੇਮੌਸਮਾ ਮੀਂਹ ਪਹਿਲਾਂ ਵਰਿਆ ਜੀ, ਉਹਦੇ ਕਾਰਨ ਕਣਕ ਦਾ ਬਹੁਤ ਨੁਕਸਾਨ ਪਹਿਲਾਂ ਹੀ ਹੋ ਗਿਆ ਸੀ। ਉਸ ਦੀ ਮਾਰ 'ਚੋਂ ਜੇ ਕਿਸਾਨ ਉੱਭਰਿਆ ਨਹੀਂ, ਕੇਂਦਰ ਦੀਆਂ ਨੀਤੀਆਂ ਨੇ ਲਿਆ ਕੇ ਹੋਰ ਮਾਰਤਾ। ਜਦੋਂ ਕਿਹਾ ਕਿ ਕਟੌਤੀ ਕਰਾਂਗੇ ਅਸੀਂ ਜੀ, ਉਹਦਾ ਵੀ ਭਰਪਾਈ ਕਰਨ ਦੀ ਪੰਜਾਬ ਸਰਕਾਰ ਨੇ ਵਾਅਦਾ ਕੀਤਾ। ਵਾਅਦਾ ਇਹ ਅਜੇ ਕਿ ਐਲਾਨ ਕੀਤਾ ਕਿ ਅਸੀਂ ਉਹ ਭਰਪਾਈ ਕਰਾਂਗੇ, ਪਰ ਜਥੇਬੰਦੀਆਂ ਧਰਨੇ ਮੁਜ਼ਾਹਰਿਆਂ ਲਈ ਵੀ ਬਾਹਰ ਨਿਕਲੀਆਂ, ਤੇ ਇੱਧਰ ਅਚਾਨਕ ਫਿਰ ਮੌਸਮ ਵਿਗੜਿਆ ਜੀ। ਤੇ ਆਪਾਂ ਪਹਿਲਾਂ ਵੀ ਉਹਦੀ ਚਿੰਤਾ ਪ੍ਰਗਟਾ ਰਹੇ ਸੀ ਕਿ ਮੌਸਮ ਵਿਭਾਗ ਦੇ ਹਵਾਲੇ ਨਾਲ ਆ ਰਹੀਆਂ ਨੇ ਖਬਰਾਂ ਕਿ 2-3 ਦਿਨ ਮੌਸਮ ਖਰਾਬ ਰਹਿਣਾ। ਅੱਜ ਵੀ ਅਜੇ ਖਤਰਾ ਖੜਾ ਹੈ। ਸੋ ਇਸ ਲਈ ਕੱਲ ਲਗਭਗ ਪੰਜਾਬ ਦਾ ਮੈਨੂੰ ਲੱਗਦਾ ਕੋਈ ਖੁੰਝਾ ਬਚਿਆ ਹੋਊਗਾ ਜਿੱਥੇ ਮੀਂਹ ਨਹੀਂ ਪਿਆ। ਲਗਭਗ ਸਾਰੇ ਪੰਜਾਬ 'ਚ ਮੀਂਹ ਭਰਿਆ, ਚਾਹੇ ਉਹ ਕਿਤੇ ਤੇਜ਼ ਹੈ, ਕਿਤੇ ਛਿੱਟੇ ਪਏ ਨੇ, ਕਿਤੇ ਗੜੇਮਾਰੀ ਹੋਈ ਹੈ, ਕਿਤੇ ਤੇਜ਼ ਹਵਾਵਾਂ ਹਨੇਰੀ ਨਾਲ ਵੀ ਮੀਂਹ ਪਿਆ। ਸੋ ਨਤੀਜਾ ਜਿਹੜੀ ਫਸਲ ਨਹੀਂ ਵੱਢ ਹੋਈ ਅਜੇ ਉਹ ਫਿਰ ਨੁਕਸਾਨੀ ਗਈ। ਬਿਲਕੁਲ।
ਹੁਣ ਅਜੇ 3-4 ਦਿਨ ਫਿਰ ਨਹੀਂ, ਜਦੋਂ ਧਰਤੀ ਦੇ ਵਿੱਚ ਥੋੜੀ ਜੀ ਮਤਲਬ ਸਖਤੀ ਆਉਂਦੀ ਤਦ ਤੱਕ ਫਿਰ ਉੱਥੇ ਮਸ਼ੀਨ ਨਹੀਂ ਚੱਲਣੀ, ਕੰਬਾਈਨ ਨਹੀਂ ਬਣਨੀ ਜੀ। ਜਿਹੜੀ ਫਸਲ ਫਿਰ ਡਿੱਗ ਗਈ ਹੈ ਨਾ, ਉਸ ਨੂੰ ਫਿਰ ਚੱਕ ਕੇ ਵਢਾਉਣਾ, ਹੱਥੀ ਵਢਾਉਣਾ ਉਹ ਇੱਕ ਮੁਸ਼ਕਲ ਕਾਰਜ ਹੈ। ਜਿਨ੍ਹਾਂ ਨੇ ਹੱਥੀ ਵਢਾਇਆ ਹੋਇਆ ਸੀ ਉਹ ਪਈਆਂ ਬੱਲੀਆਂ ਹੀ ਮਤਲਬ ਖਰਾਬ ਹੋਣ ਲੱਗੀਆਂ। ਜਿਹੜੀ ਵੱਢ ਕੇ ਮੰਡੀ 'ਚ ਆ ਗਈ ਹੈ, ਮੰਡੀ 'ਚ ਢੇਰੀ ਕਿਸਾਨ ਦੀ ਲੱਗੀ ਆ ਤਾਂ ਉਹ ਪੀੜਤ ਆ। ਤੇ ਕੱਲ ਇੱਕ ਕਿਸਾਨ ਦੀ ਤਾਂ ਹਾਰਟ ਅਟੈਕ ਨਾਲ ਮੌਤ ਵੀ ਹੋ ਗਈ ਉੱਥੇ ਹੀ ਮੰਡੀ ਦੇ ਵਿੱਚ। ਹੁਣ ਉਹ ਚਾਹੇ ਉਹ ਆਪਣੀ ਢੇਰੀ ਨਾਲ ਵਿਕਣ ਕਰਨ ਦਾ ਪੀੜ ਹੋਵੇ, ਚਾਹੇ ਇੱਕ ਰੂਟੀਨ ਦੇ ਵਿੱਚ ਵਾਪਰਿਆ ਹਾਦਸਾ ਹੋਵੇ, ਸੋ ਉਹਦੀ ਜਾਨ ਗਈ। ਪਰ ਜਿਹੜੀ ਆੜ੍ਹਤੀਆਂ ਨੇ ਖਰੀਦ ਲਈ ਉਹ ਵੀ ਕਿਸੇ ਨੇ ਖਰੀਦ ਕੇ ਖਾਣੀ ਆ, ਫਸਲ ਉਹ ਵੀ ਨੁਕਸਾਨੀ ਜਾ ਰਹੀ ਹੈ। ਸੋ ਢੇਰੀਆਂ ਦੇ ਵਿੱਚੋਂ ਸਿੱਧੇ ਰੁੜ ਕੇ ਜਾਂਦੀਆਂ ਕਣਕਾਂ ਕੱਲ ਖੂਬ ਦਿਖੀਆਂ, ਪਰ ਉਹਦੇ ਬਾਵਜੂਦ ਵੀ 7 ਕਰੋੜ ਬੋਰੀਆਂ ਖੁੱਲੇ ਅਸਮਾਨ ਥੱਲੇ ਪਈਆਂ ਨੇ। ਜਿਹੜੀਆਂ ਬੋਰੀਆਂ 'ਚ ਪਾ ਲਈਆਂ, ਜਿਹੜੀਆਂ ਵਿਕ ਗਈਆਂ, ਬਾਰਦਾਨਾ ਪੂਰਾ ਨਹੀਂ, ਪੀਣ ਵਾਲਾ ਪਾਣੀ ਪੂਰਾ ਨਹੀਂ, ਪਖਾਨਿਆਂ ਦਾ ਪ੍ਰਬੰਧ ਨਹੀਂ, ਅਜੇ ਤੱਕ ਫੜੇ ਸਾਡੇ ਪੱਕੇ ਨਹੀਂ ਗਏ। ਸੋ ਇਹ ਸਾਰੇ ਦੇ ਬਾਵਜੂਦ ਵੀ ਮੰਡੀਆਂ ਦੇ ਵਿੱਚ ਅਨਾਜ ਦੇ ਢੇਰ ਲੱਗੇ ਨੇ ਤੇ ਕਿਸਾਨ ਦੀ ਆਮਦ ਤੇ ਅਫਸਰਸ਼ਾਹੀ ਕੀ ਕਹਿੰਦੀ ਹੈ, ਉਮੀਦ ਨਹੀਂ ਸੀ ਜੀ ਕਿ ਇੰਨੀ ਕਣਕ ਇਕੱਠੀ ਆ ਜੂਗੀ। ਹੱਦ ਹੈ, ਇਹ ਕੋਈ ਪਹਿਲੀ ਵਾਰ ਦਾ ਵਰਤਾਰਾ? ਬਿਲਕੁਲ। ਹਰ ਵਾਰ ਜਦੋਂ ਕਣਕ ਦਾ ਸੀਜ਼ਨ ਆਉਂਦਾ ਸਭ ਨੂੰ ਪਤਾ ਕਿ ਕਣਕ ਲਗਭਗ ਇਕੱਠਿਆਂ ਆਉਂਦੀ ਹੈ। ਬਿਲਕੁਲ। ਕਣਕ ਦਾ ਮੰਡੀਆਂ ਦਾ ਸੀਜ਼ਨ 10-15 ਦਿਨਾਂ ਦੇ ਵਿੱਚ ਹੀ ਸਾਰਾ ਮੁੱਖ ਰੂਪ ਚ ਹੁੰਦਾ। ਝੋਨੇ ਦਾ ਸੀਜ਼ਨ ਲੰਬਾ ਜਾਂਦਾ। ਸੋ ਇਸ ਲਈ ਅਫਸਰਾਂ ਨੂੰ ਤਾਂ ਪਤਾ ਹੋਣਾ ਚਾਹੀਦਾ। ਸਰਕਾਰ ਨਵੀਂ ਹੈ, ਅਫਸਰ ਤਾਂ ਨਹੀਂ ਨਵੇਂ, ਬਿਲਕੁਲ ਅਧਿਕਾਰੀ ਤਾਂ ਪ੍ਰਬੰਧ। ਸੋ ਇਸ ਲਈ ਇਹ ਅਜੇ ਤੱਕ ਮੰਡੀਆਂ ਜਿਹੜਾ ਪ੍ਰਬੰਧ ਨਹੀਂ ਹੁੰਦਾ, ਉਹਦਾ ਨਤੀਜਾ ਕਿ ਕੱਲ ਮੀਂਹ ਨੇ ਵੀ ਮਾਰਿਆ ਤੇ ਸਿਸਟਮ ਦੇ ਮਾੜੇ ਪ੍ਰਬੰਧਾਂ ਨੇ ਵੀ ਮਾਰਿਆ ਤੇ ਅਜੇ ਵੀ ਫਿਕਰਮੰਦੀ ਦੇ ਬੱਦਲ ਖੜੇ ਨੇ। ਸੋ ਇਸ ਲਈ ਕਿਸਾਨ ਤਾਂ ਦੋਵੇਂ ਪਾਸਿਓਂ ਮਰ ਰਿਹਾ ਜੀ, ਨਾ ਪ੍ਰਬੰਧ ਪੂਰੇ ਮਿਲਦੇ ਨੇ, ਨਾ ਪੈਸਾ ਪੂਰਾ ਮਿਲਦਾ ਤੇ ਆ ਬੇਮੌਸਮੀ ਮੀਂਹ ਨੇ ਵੀ ਖਰਾਬ ਕੀਤਾ। ਤੇ ਮੌਸਮ ਵਿਭਾਗ ਕਹਿ ਰਿਹਾ ਕਿ ਅੱਜ ਵੀ ਅਜੇ ਹਵਾਵਾਂ ਚੱਲਣ ਦਾ, ਕਿਤੇ ਕਿਤੇ ਗੜੇ ਤੇ ਤੇਜ਼ ਤੇ ਦਰਮਿਆਨਾ ਮੀਂਹ ਪੈਣ ਦਾ ਖਤਰਾ ਅਜੇ ਵੀ ਖੜਾ। ਸੋ ਇਸ ਲਈ ਅਗਲੇ 24 ਘੰਟੇ 48 ਘੰਟੇ ਹੋਰ ਫਿਕਰਮੰਦ ਵਾਲੇ ਹੈ। ਬਿਲਕੁਲ ਬਿਲਕੁਲ। ਤਾਂ ਦੇਖ ਜੀ, ਲਗਾਤਾਰ ਆਪਾਂ ਇਸੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰ ਰਹੇ ਹਾਂ ਕਿ ਸੀਨੀਅਰ ਪੁਲਿਸ ਅਧਿਕਾਰੀ ਜਿਸ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ, ਜਦੋਂ ਡਰੱਗਸ ਰਿਪੋਰਟਾਂ ਖੁੱਲ੍ਹਦੀਆਂ ਨੇ ਤਾਂ ਉਸ ਤੋਂ ਬਾਅਦ ਵਿਜੀਲੈਂਸ ਦੇ ਵੱਲੋਂ ਜਾਂਚ ਵੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਹੁਣ ਰਾਜੀਤ ਸਿੰਘ ਦੀ ਭਾਲ ਪੁਲਿਸ ਦੇ ਵੱਲੋਂ ਜਾਰੀ ਹੈ। ਲਗਭਗ 6 ਸੂਬਿਆਂ ਦੇ ਵਿੱਚ ਪੁਲਿਸ ਦੇ ਵੱਲੋਂ ਰਾਜੀਤ ਸਿੰਘ ਨੂੰ ਲੱਭਿਆ ਜਾ ਰਿਹਾ ਹੈ। ਜਿੰਦਰ ਜੀ, ਜਦੋਂ ਅੰਮ੍ਰਿਤਪਾਲ ਕਹਿੰਦੇ ਪੰਜਾਬ ਚੋਂ ਨਿਕਲ ਕੇ ਗਿਆ ਜੀ, ਤਦ ਪੁਲਿਸ ਕਹਿੰਦੀ ਜੀ ਹਰਿਆਣਾ ਪਹੁੰਚ ਗਿਆ ਸੀ, ਹਰਿਆਣਾ ਲੱਭਣ ਜਾ ਰਹੇ ਹਾਂ ਜੀ। ਕਹਿੰਦੇ ਜੀ ਹੁਣ ਉਹਦੀ ਲੋਕੇਸ਼ਨ ਯੂਪੀ ਮਿਲੀ, ਅਸੀਂ ਯੂਪੀ ਪਹੁੰਚ ਗਏ ਜੀ। ਨੇਪਾਲ ਵਾਲਿਆਂ ਨੂੰ ਵੀ ਅਸੀਂ ਕਹਿਤਾ ਜੀ ਹੈ ਨਾ, ਭਾਰਤੀ ਦੂਤਾਵਾਸ ਦੇ ਹਵਾਲੇ ਨਾਲ ਕਿ ਉੱਥੇ ਏਅਰਪੋਰਟਾਂ ਦੀ ਵੀ ਧਿਆਨ ਰੱਖਿਓ ਜੀ। ਵੈਸੇ ਸਾਨੂੰ ਉੱਤਰਾਖੰਡ 'ਚ ਵੀ ਸ਼ੱਕ ਹੈ ਜੀ, ਹੈ ਨਾ। ਹੁਣ ਉਹ ਰਾਜਸਥਾਨ ਵੀ ਪਹੁੰਚ ਗਿਆ ਸੀ, ਹਿਮਾਚਲ ਪੁਲਿਸ ਤੇ ਵੀ ਤਾਲਮੇਲ 'ਚ ਜੀ, ਉਹ ਪਾਕਿਸਤਾਨ ਵੀ ਜਾ ਸਕਦਾ ਜੀ। ਮਤਲਬ ਸਾਰੇ ਪਾਸੇ ਉਹੀ ਹਾਲ ਹੁਣ ਰਾਜੀਤ ਦੇ ਮਾਮਲੇ 'ਚ। ਰਾਜੀਤ ਜਦੋਂ ਪੰਜਾਬ 'ਚ ਸੀ ਹੈ, ਜਦੋਂ ਤੁਸੀਂ ਉਹਦੇ ਖਿਲਾਫ ਲਿਫਾਫਾ ਖੋਲ੍ਹਿਆ, ਜੇਕਰ ਤੁਹਾਨੂੰ ਪਤਾ ਸੀ ਕਿ ਕਾਰਵਾਈ ਇੱਥੇ ਤੱਕ ਜਾਣੀ ਹੈ, ਤਦ ਫਿਰ ਉਸ ਹਵਾਲੇ ਨਾਲ ਕਾਰਵਾਈ ਕਿਉਂ ਨਹੀਂ ਕਰ ਲਈ ਜੀ? ਹੁਣ ਕਹਿੰਦੇ ਜੀ ਰਾਜੀਤ ਰੂਪੋਸ਼ ਹੋ ਗਿਆ ਜੀ, ਰਾਜੀਤ ਫਰਾਰ ਹੋ ਗਿਆ ਜੀ। ਰਾਜੀਤ ਜੀ ਸਰੈਂਡਰ ਕਰਨ ਦੀ ਤਿਆਰੀ ਕਰ ਰਿਹਾ ਸੀ ਜੀ, ਪਰ ਅਚਾਨਕ ਲਾਪਤਾ ਹੋ ਗਿਆ ਜੀ। ਰਿਸ਼ਤੇਦਾਰਾਂ ਦੇ ਵੀ ਛਾਪੇ ਮਾਰ ਲਏ ਜੀ, ਜਲੰਧਰ ਵੀ ਫਰੋਲ ਲਿਆ, ਲੁਧਿਆਣਾ ਵੀ ਫਰੋਲ ਲਿਆ, ਪਟਿਆਲੇ ਵੀ ਜਾਇਆ ਏ, ਹੋਰ ਥਾਵਾਂ ਤੇ ਵੀ ਜਾਏ ਤੇ ਆਖਰ ਜਿਉਂ 6 ਸੂਬਿਆਂ ਨੂੰ ਪੁਲਿਸ ਤੋਰਤੀ ਤੇ ਪੁਲਿਸ ਵੀ 1-2 ਨਹੀਂ 14 ਟੀਮਾਂ। ਸੋ ਫਿਰ ਇਕੱਠੇ ਹੀ ਲੱਭਣ ਚੱਲ ਜਾਓ, ਤੇਲ ਕਿਉਂ ਪੰਜਾਬ ਦਾ ਫੂਕੀ ਜਾਂਦੇ ਹੋ, ਪੈਸਾ ਕਿਉਂ ਸਮਾਂ ਬਰਬਾਦ ਕਰੀ ਜਾਂਦੇ ਹੋ ਪੰਜਾਬ ਦਾ। ਸੋ ਇੱਕੋ ਗੱਡੀਆਂ 'ਚ ਲੱਭ ਲਓ, ਦੋਵਾਂ 'ਚ ਜਿਹੜਾ ਲੱਭ ਗਿਆ। ਸੋ ਇਹ ਮਤਲਬ ਕਿ ਕੋਈ ਢੰਗ ਤਰੀਕਾ ਸਮਝ ਨਹੀਂ ਆਉਂਦਾ। ਰਾਜੀਤ ਪੁਲਿਸ ਦਾ PPS ਲੈਵਲ ਦਾ ਅਧਿਕਾਰੀ ਹੈ ਨਾ, NRI ਵਿੰਗ ਦੀ ਅਗਵਾਈ ਕਰਦਾ। ਸੋ ਇਸ ਲਈ ਉਹ ਰਾਜੀਤ ਜਿਹਨੂੰ ਪੁਲਿਸ ਦੀਆਂ ਬਰੀਕੀਆਂ ਦਾ ਪਤਾ, ਜਿਹੜਾ ਵਿਜੀਲੈਂਸ ਵਿਭਾਗ 'ਚ ਨੂੰ ਪਤਾ ਪੁਲਿਸ ਕਿਹੜੇ ਫਾਰਮੂਲਿਆਂ ਤੇ ਕੰਮ ਕਰਦੀ, ਕਿਵੇਂ ਲੱਭਦੀ, ਕਿੱਥੇ ਜਾਂਦੀ, ਕਿ ਉਹ ਉਹਨਾਂ ਦੀ ਫਾਰਮੂਲਿਆਂ ਨਾਲ ਉਹਨਾਂ ਨੂੰ ਮਾਤ ਦੇ ਰਿਹਾ, ਜਾਂ ਉਹਨਾਂ ਦੇ ਵਿੱਚੋਂ ਹੀ ਕੋਈ ਉਸ ਨਾਲ ਸੰਪਰਕ 'ਚ ਹੈ, ਜਾਂ ਉਹ ਬਿਨਾਂ ਤਾਲਮੇਲ ਤੋਂ ਹੀ ਆਪਣੇ ਆਪ। ਕਹਿੰਦੇ ਜੀ ਪੁਰਾਣਾ ਫੋਨ ਤਾਂ ਉਹਨੇ 2-3 ਹਫ਼ਤੇ ਪਹਿਲਾਂ ਹੀ ਬੰਦ ਕਰ ਲਿਆ ਸੀ, ਜਿਹੜੇ ਉਹਦੇ ਕੁਝ 2 ਫੋਨ ਹੋਰ ਚੱਲਦੇ ਸੀ, ਹੁਣ ਉਹ ਵੀ ਨਹੀਂ ਲੱਗ ਰਹੇ ਹੈ। ਅਸੀਂ ਉਹਦੇ ਰਿਸ਼ਤੇਦਾਰ ਜਿਨ੍ਹਾਂ ਨਾਲ ਸੰਪਰਕ ਸੀ ਪਿਛਲੇ 3 ਹਫ਼ਤਿਆਂ 'ਚ ਕਿਹਦੇ ਨਾਲ ਗੱਲ ਹੋਈ ਆ, ਉਹ ਅਸੀਂ ਡਾਟਾ ਇਕੱਠਾ ਕਰ ਲਿਆ, ਉਹਨਾਂ ਤੱਕ ਪਹੁੰਚ ਕਰ ਰਿਹਾ, ਪਰ ਰਾਜੀਤ ਨਹੀਂ ਲੱਭ ਰਿਹਾ। ਸੋ 14 ਟੀਮਾਂ ਬਣਾ ਕੇ ਬਕਾਇਦਾ 6 ਸੂਬੇ ਪੰਜਾਬ 'ਚ, ਹਰਿਆਣਾ 'ਚ, ਰਾਜਸਥਾਨ 'ਚ, ਦਿੱਲੀ 'ਚ, UP 'ਚ ਅਸੀਂ ਭਾਲ ਕਰ ਰਹੇ ਹਾਂ ਜੀ। ਕਹਿੰਦੇ ਸੋ ਇੱਧਰ ਦੂਸਰੇ ਪਾਸੇ ਕਹਿੰਦੇ ਜੀ ਸਾਡੀਆਂ 3 ਟੀਮਾਂ ਉਹ ਬਣੀਆਂ ਨੇ ਜਿਹੜੀਆਂ ਪਮੈਸ਼ ਕਰਦੀਆਂ ਨੇ ਕਿ ਉਹਦੀ ਜਾਇਦਾਦ ਕਿੰਨੀ ਆ, ਉਹਦੀ ਆਮਦਨ ਕਿੰਨੀ ਆ, ਉਹਦੀਆਂ ਕੋਠੀਆਂ ਕਿੰਨੀਆਂ, ਉਹਦੇ ਕੋਲ ਪਲਾਟ ਕਿੰਨੇ ਨੇ, ਇਨਕਮ ਟੈਕਸ ਵਿਭਾਗ ਵੀ ਨਾਲ ਲੱਗਿਆ, ਉਹ ਟੀਮਾਂ ਵੱਖਰੀਆਂ ਜਾਂਚ ਕਰ ਰਹੀਆਂ। ਸੋ ਇਸ ਲਈ ਬੇਸ਼ੱਕ ਇਹ ਲੱਗਿਆ ਸੀਗਾ ਕਿ ਪੁਲਿਸ ਇਸ ਹਵਾਲੇ ਨਾਲ, ਸਰਕਾਰ ਇਸ ਹਵਾਲੇ ਨਾਲ ਨਸ਼ੇ ਦੇ ਗਰੋਹ ਨੂੰ ਹੱਥ ਪਾਊਗੀ, ਨਸ਼ੇ ਦੇ ਮਾਫੀਏ ਤੱਕ ਨੂੰ ਹੱਥ ਪਾਊਗੀ, ਪਰ ਇਹ ਸਵਾਲ ਵੱਡਾ ਹੁੰਦਾ ਜਾ ਰਿਹਾ ਕਿ ਕੀ ਇੱਕ ਰਾਜੀਤ ਨੂੰ ਫੜ ਕੇ ਪੰਜਾਬ 'ਚੋਂ ਨਸ਼ੇ ਦਾ ਮਾਮਲਾ ਮੁੱਕ ਜੂਗਾ, ਨਸ਼ੇ ਦੀ ਸਮਗਲਿੰਗ ਮੁੱਕ ਜੂਗੀ, ਨਸ਼ੇ ਦੀ ਆਮਦ ਮੁੱਕ ਜੂਗੀ। ਪਰ ਇਹ ਪਹਿਲ ਕਦਮੀ ਇੱਕ ਆਸ ਵੀ ਜਗਾਉਂਦੀ ਹੈ ਕਿ ਸ਼ਾਇਦ ਇਹ ਤੋਂ ਬਾਅਦ ਅਗਲੀ ਡਿੰਗ ਪੱਟ ਲੈਣ, ਪਰ ਫਿਲਹਾਲ ਰਾਜੀਤ ਇਹਨਾਂ ਦੀ ਪਹੁੰਚ ਤੋਂ ਬਾਹਰ ਹੈ। ਔਰ 14 ਟੀਮਾਂ
6 ਸੂਬਿਆਂ 'ਚ ਉਹਨੂੰ ਭਾਲਦੀਆਂ ਫਿਰ ਰਹੀਆਂ ਨੇ। ਜਦੋਂ ਮਿਲੂਗਾ ਜੀ ਤਾਂ ਦੇਖਦੇ ਆ। ਬਿਲਕੁਲ ਬਿਲਕੁਲ। ਤਾਂ ਦੀਪ ਜੀ, ਤੁਹਾਨੂੰ ਯਾਦ ਹੋਣਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਹੁੰਦੇ ਸੀ ਕਿ ਭਾਰਤ ਦੁਨੀਆ ਭਰ ਦੇ ਵਿੱਚ ਇੱਕ ਵੱਖਰਾ ਮੁਲਕ ਹੈ, ਉਹ ਨੰਬਰ 1 ਹੋਵੇਗਾ, ਚਾਹੇ ਵਿੱਦਿਆ ਦੇ ਖੇਤਰ 'ਚ ਹੋਵੇ, ਚਾਹੇ ਨੌਜਵਾਨ ਜਿਹੜੇ ਭਾਰਤ ਦੇ ਨੇ ਉਹ ਵਿਦੇਸ਼ਾਂ ਦਾ ਰੁਖ ਕਰ ਰਹੇ ਹੋਣ ਜਾਂ ਫਿਰ ਵੱਡੇ ਵੱਡੇ ਕੰਮ ਕਰ ਰਹੇ ਹੋਣ, ਤਾਂ ਵੀ ਉਹ ਨੰਬਰ 1 ਬਣੇਗਾ। ਤੇ ਹੁਣ ਉਹ ਨੰਬਰ 1 ਵੀ ਬਣ ਗਿਆ, ਤਾਂ ਕਿਸ ਮਾਮਲੇ ਦੇ ਵਿੱਚ ਭਾਰਤ ਨੰਬਰ 1 ਬਣਿਆ ਪੂਰੀ ਦੁਨੀਆ ਦੇ ਵਿੱਚ? बिल्कुल जी, जेकर मोदी जी के अंदाज समझना हो तो मित्रों, मैं ना कहता था भारत दुनिया में नंबर 1 बन जाएगा जी। देखो जनसंख्या में ही सही बन तो गया। सो मतलब इनू भी बेच सकते हैं जी, जिन्होंने राजनीतिक तौर पर माल बेचना आउंदा होवे, जिहदे उत्ते पुलवामा दे सवाल खड़े हुंदे होण, बिल्कुल ਉਹਨਾਂ ਦੀ ਪਾਰਟੀ ਦੇ ਲੀਡਰ ਸਵਾਲ ਖੜੇ ਕਰਦੇ ਹੋਣ ਕਿ ਇਹਨਾਂ ਨੇ ਤਾਂ ਸ਼ਹੀਦਾਂ ਦੀਆਂ ਲਾਸ਼ਾਂ ਤੇ ਵੀ ਆਪਣੀਆਂ ਕੁਰਸੀਆਂ ਪੱਕੀਆਂ ਕੀਤੀਆਂ ਨੇ ਜੀ। ਸੋ ਇਸ ਲਈ ਉਹ ਇਹ ਜਨਸੰਖਿਆ ਦੇ ਵਿੱਚ ਵੀ ਕਹਿ ਸਕਦੇ ਕਿ ਵੱਧ ਸਾਡਾ ਯੋਗਦਾਨ ਹੈ, ਕਿਉਂਕਿ ਇਹ ਸਾਡੇ ਕਾਰਨ ਇਹ ਹੋਇਆ, ਇਹ ਸਾਡੇ ਸਿਸਟਮ। ਇਸ ਮੌਕੇ ਦੁਨੀਆ ਭਰ ਦੇ ਵਿੱਚ ਸਭ ਤੋਂ ਵੱਧ ਜੇਕਰ ਗਿਣਤੀ ਪੱਖੋਂ, ਜਨਸੰਖਿਆ ਪੱਖੋਂ, ਅਸੀਂ ਟੋਟਲ ਆਬਾਦੀ ਪੱਖੋਂ ਸਭ ਤੋਂ ਮੂਹਰੇ ਤਾਂ ਭਾਰਤ ਹੈ। ਕੱਲ੍ਹ ਦਾ ਜਿਹੜਾ ਨਵੀਂ ਰਿਪੋਰਟ ਆਈ ਹੈ, ਜੇ ਆਪਾਂ ਯੂਨਾਈਟਿਡ ਨੇਸ਼ਨਜ਼ ਪਾਪੂਲੇਸ਼ਨ ਫੰਡ ਦੇ ਹਵਾਲੇ ਨਾਲ ਗੱਲ ਕਰੀਏ, UNFPA, ਉਹਦੇ ਹਵਾਲੇ ਨਾਲ 142 ਕਰੋੜ ਕਰੀਬ 86 ਲੱਖ ਆਬਾਦੀ ਭਾਰਤ ਦੀ ਹੈ, ਜਦੋਂ ਕਿ 142 ਕਰੋੜ 57 ਲੱਖ ਆਬਾਦੀ ਚੀਨ ਦੀ ਹੈ। ਤੇ ਉਸ ਹਵਾਲੇ ਨਾਲ ਅਸੀਂ 30 ਲੱਖ ਤੋਂ ਵੱਧ ਆਬਾਦੀ ਉਹਨਾਂ 'ਚੋਂ ਮੂਹਰੇ ਹਾਂ। ਹਾਂ, ਵੈਸੇ ਜਦ ਤੋਂ ਅਸੀਂ 30 ਲੱਖ ਗਿਣਿਆ ਤਦ ਤੋਂ ਕਿੰਨੇ ਨਿਆਣੇ ਤਾਂ ਹੋਰ ਜੰਮ ਗਏ ਹੋਣੇ, ਇਸ ਲਈ ਅਸੀਂ ਹੋਰ ਮੂਹਰੇ ਹੋ ਗਏ ਹੋਵਾਂਗੇ। ਪਰ ਜਿਹੜੇ ਅੰਕੜਿਆਂ ਦੇ ਹਵਾਲੇ ਨਾਲ ਗੱਲ ਚੱਲਦੀ, ਉਹਦੇ ਹਵਾਲੇ ਨਾਲ 142 ਕਰੋੜ 86 ਲੱਖ ਅਸੀਂ ਹਾਂ ਤੇ 142 ਕਰੋੜ 57 ਲੱਖ ਉਹ ਨੇ, ਤੇ 30 ਕੁ ਲੱਖ ਦਾ ਸਾਡੇ 'ਚ ਫਰਕ ਆ ਗਿਆ, ਇਸ ਲਈ ਦੁਨੀਆ 'ਚ ਅਸੀਂ ਮੂਹਰੇ ਹੋ ਗਏ। ਜਤਿੰਦਰ ਜੀ, ਅੱਜ ਦੀ ਤਰੀਕ ਦੇ ਵਿੱਚ ਇਸ ਜਨਸੰਖਿਆ ਦੇ ਹਵਾਲੇ ਨਾਲ ਜੇਕਰ ਸਮਝਣਾ ਹੋਵੇ ਤਾਂ ਪੂਰੀ ਦੁਨੀਆ ਦੀ ਆਬਾਦੀ ਲਗਭਗ 8 ਅਰਬ ਹੈ ਜੀ। 8 ਅਰਬ ਲੋਕਾਂ ਦੇ ਵਿੱਚੋਂ 142 ਕਰੋੜ 86 ਲੱਖ ਅਸੀਂ ਹਾਂ, ਮਤਲਬ ਦੁਨੀਆ ਦਾ 17.6% ਆਬਾਦੀ ਭਾਰਤ 'ਚ ਰਹਿੰਦੀ ਆ। 17.6% ਆਬਾਦੀ ਦਾ ਮਤਲਬ ਦੁਨੀਆ ਦਾ ਹਰ 6ਵਾਂ ਵਿਅਕਤੀ ਹੁਣ ਭਾਰਤੀ ਆ। ਇੰਨਾ ਮਤਲਬ ਸਾਡਾ ਵੱਡਾ ਪਸਾਰਾ ਹੋ ਗਿਆ। ਸੋ ਇਸ ਲਈ ਗਿਣਤੀ ਪੱਖੋਂ ਤਾਂ ਅਸੀਂ ਨੰਬਰ 1 ਬਣ ਗਏ ਜੀ। ਜੇਕਰ ਮੈਂ ਔਸਤ ਵਾਈਜ਼ ਦੇਖਾਂ ਤਾਂ ਇਸ ਮੌਕੇ ਨੌਜਵਾਨੀ ਪੱਖੋਂ ਵੀ ਸਾਡਾ ਮੁਲਕ ਸਭ ਤੋਂ ਵੱਧ ਜਵਾਨ ਹੈ। ਚੀਨ ਦੀ ਔਸਤ ਉਮਰ 38 ਸਾਲ ਹੈ ਜੀ, ਭਾਰਤ ਦੀ ਔਸਤ ਉਮਰ 28 ਸਾਲ ਹੈ। ਮਤਲਬ ਸਾਡੇ ਜੇਕਰ ਐਵਰੇਜ ਕੱਢੀਏ ਅਸੀਂ ਆਪਣੇ ਦੇਸ਼ ਦੇ ਨਾਗਰਿਕਾਂ ਦੀ, ਕੋਈ 100 ਸਾਲ ਦਾ, ਕੋਈ 80 ਸਾਲ ਦਾ, ਕੋਈ 75 ਸਾਲ ਦਾ, ਕੋਈ 30 ਸਾਲ ਦਾ, ਕੋਈ 28 ਸਾਲ ਦਾ, ਕੋਈ 25 ਸਾਲ ਦਾ, ਕੋਈ 20 ਸਾਲ ਦਾ, ਕੋਈ 10 ਸਾਲ ਦਾ, ਕੋਈ 8 ਸਾਲ ਦਾ, ਕੋਈ 4 ਸਾਲ ਦਾ, ਕੋਈ ਜੰਮਿਆ ਹੀ ਹੈ। ਸੋ ਉਹਨਾਂ ਸਾਰਿਆਂ ਦੀ ਮਿਲਾ ਕੇ ਔਸਤ ਜੇਕਰ ਅਸੀਂ ਵੰਡ ਲਈ 142 ਕਰੋੜ 86 ਲੋਕਾਂ 'ਚ, 86 ਲੱਖ ਲੋਕਾਂ 'ਚ, ਤਾਂ ਉਹ ਸਾਡੀ 28 ਸਾਲ ਬਣਦੀ ਹੈ। ਇਹ ਤੋਂ ਵੱਧ ਜਵਾਨ ਮੁਲਕ ਕੋਈ ਨਹੀਂ ਹੈ। ਚੀਨ ਵੀ ਜਿਹੜਾ ਜਨਸੰਖਿਆ ਦੇ ਮਾਮਲੇ 'ਚ ਸਾਡੇ ਲਗਭਗ ਪਿੱਛਾ ਹੁਣ ਦੂਏ ਨੰਬਰ ਤੇ ਆ ਗਿਆ, ਉਹਦੀ ਵੀ ਔਸਤ ਉਮਰ 38 ਸਾਲ ਹੈ। ਹਾਂ, ਲੋਕ ਵੱਧ ਜਿਉਂਦੇ ਨੇ, ਲੰਮਾ ਸਮਾਂ ਜਿਉਂਦੇ ਨੇ, ਉਹਦੇ ਵਿੱਚ ਚੀਨ ਸਭ ਤੋਂ ਅਜੇ ਮੋਹਰੇ ਹੈ ਜੀ। ਚੀਨ ਦੇ ਵਿੱਚ ਮਰਦਾਂ ਦੀ ਔਸਤ ਉਮਰ 76 ਸਾਲ ਹੈ, ਸਾਡੀ 74 ਸਾਲ ਹੈ। 2 ਸਾਲ ਦਾ ਫਰਕ ਹੈ, ਜ਼ਿਆਦਾ ਫਰਕ ਨਹੀਂ ਹੈ। ਪਰ ਬੀਬੀਆਂ ਦੇ ਮਾਮਲੇ 'ਚ ਉਹਨਾਂ ਦੀਆਂ ਉੱਥੇ ਦੀਆਂ ਮਹਿਲਾਵਾਂ 82 ਸਾਲ ਜਿਉਂਦੀਆਂ ਨੇ ਔਸਤ 'ਚ, ਤੇ ਸਾਡੀਆਂ 71 ਸਾਲ। ਇੱਥੇ ਖਾਸਾ ਫਰਕ ਹੈ। ਸੋ ਇਸ ਲਈ ਇਸ ਪਹਿਲੂ ਤੇ ਤਾਂ ਠੀਕ ਹੈ। ਜੇਕਰ ਮੈਂ ਵੈਸੇ ਦੇਖਾਂ ਤਾਂ 35 ਸਾਲ ਤੋਂ ਘੱਟ ਵਾਲੇ ਜਵਾਕ ਜਾਂ 35 ਸਾਲ ਤੋਂ ਘੱਟ ਵਾਲੇ ਨੌਜਵਾਨ ਸਾਡੇ ਦੇਸ਼ ਦੇ ਵਿੱਚ ਕੁੱਲ ਆਬਾਦੀ ਦਾ 66% ਨੇ। ਮਤਲਬ ਸਾਡੀ ਜਿਹੜੀ ਕੁੱਲ ਆਬਾਦੀ ਹੈ ਉਹਦਾ 66% 35 ਸਾਲ ਤੋਂ ਘੱਟ ਨੇ। ਅਸੀਂ ਇੰਨੇ ਨੌਜਵਾਨ ਹਾਂ। ਸੋ ਇਸ ਲਈ ਇਸ ਹਵਾਲੇ ਨਾਲ ਇਹ ਸਾਡੀ ਪ੍ਰਾਪਤੀ ਆ ਜੀ ਕਿ ਅਸੀਂ ਜਨਸੰਖਿਆ ਦੇ ਮਾਮਲੇ 'ਚ ਤਾਂ ਨੰਬਰ 1 ਹੋ ਗਏ, ਪਰ ਉਹਦੇ ਵਿੱਚੋਂ ਸਾਡੀ ਬਹੁ ਗਿਣਤੀ ਨੌਜਵਾਨ ਆ। ਹਾਂ, ਪੰਜਾਬ ਤੇ ਕੇਰਲਾ, ਜੇਕਰ ਸੂਬਿਆਂ ਦੇ ਹਵਾਲੇ ਨਾਲ ਗੱਲ ਕਰਾਂ ਤਾਂ ਪੰਜਾਬ ਤੇ ਕੇਰਲਾ ਬਜ਼ੁਰਗ ਨੇ ਜੀ, ਯੂਪੀ ਤੇ ਬਿਹਾਰ ਵਰਗੇ ਸੂਬੇ ਨੌਜਵਾਨ ਨੇ, ਉੱਥੇ ਨੌਜਵਾਨਾਂ ਦੀ ਗਿਣਤੀ ਵੱਧ ਹੈ। ਪਰ ਐਵਰੇਜ ਦੇ ਪੱਖ ਜਦੋਂ ਪੂਰੇ ਮੁਲਕ ਦੀ ਕੱਢੀ ਜਾਂਦੀ ਉਹ 'ਚ ਅਸੀਂ ਮਤਲਬ ਕਿ ਵੱਡੀ 28 ਸਾਲ ਦੀ ਐਵਰੇਜ ਨਿਕਲੀ ਹੁੰਦੀ ਹੈ, 28 ਸਾਲ ਦੀ ਉਮਰ। ਸੋ ਇਸ ਲਈ ਹੁਣ ਪਰ ਸਵਾਲ ਇਹ ਹੈ ਕਿ ਕੀ ਇਹਦੇ ਪਰ ਢੋਲੇ ਵਜਾਉਣਾ ਜੀ, ਕਿ ਇਹ 'ਚ ਖੁਸ਼ੀਓ ਮਨਾਉਣੀ ਹੈ, ਵਧਾਈਆਂ ਹੀ ਦੇਣੀਆਂ, ਜਾਂ ਸਰਕਾਰ ਇਹਦਾ ਵੀ ਗੋਗਾ ਗਾ ਕੇ ਇਸ਼ਤਿਹਾਰ ਦੇ ਕੇ ਕੱਲ੍ਹ ਨੂੰ ਖੁਸ਼ ਹੋ ਲਵੇ ਕਿ ਦੇਖੋ ਅਸੀਂ ਦੁਨੀਆ 'ਚ ਨੰਬਰ 1 ਬਣ ਗਏ। ਇਸ ਜਵਾਨੀ ਨੂੰ ਟਰੈਕ ਤੇ ਕਿਵੇਂ ਚੜਾਉਣਾ ਹੈ, ਇਸ ਜਵਾਨੀ ਨੂੰ ਰੁਜ਼ਗਾਰ ਕਿਵੇਂ ਦੇਣਾ ਹੈ, ਇਹ ਗਿਣਤੀ ਜਿਹੜੀ ਵੱਧਦੀ ਜਾਣੀ ਉਹਨੂੰ ਰੋਟੀ ਕਿੱਥੋਂ ਖਿਲਾਉਣੀ ਹੈ। ਕੰਕਰੀਟ ਦੇ ਜੰਗਲਾਂ 'ਚ ਰੋਟੀ ਤਾਂ ਪੱਕਣੀ ਨਹੀਂ। ਬਿਲਕੁਲ, ਤੁਸੀਂ ਖੇਤੀ ਵਾਲੀ ਜ਼ਮੀਨ ਖਤਮ ਕਰ ਰਹੇ ਹੋ, ਤੁਸੀਂ ਆਬਾਦੀ ਦੇ ਪੱਖੋਂ ਮਕਾਨ ਬਣਾ ਲਓ, ਪਲਾਟ ਕੱਟ ਲਓ, ਜ਼ਮੀਨਾਂ ਵੇਚ ਲਓ, ਸਾਰਾ ਕੁਝ ਕਰਕੇ ਉਸ ਤੋਂ ਬਾਅਦ ਰੋਟੀ ਕਿੱਥੋਂ ਖਾਣਗੇ? ਉਹਦੇ ਲਈ ਰੁਜ਼ਗਾਰ ਦਾ ਪ੍ਰਬੰਧ ਕਿਹਨੇ ਕਰਨਾ? ਅਜੇ ਤੱਕ ਦੇਸ਼ ਦੀ 50% ਤੋਂ ਉੱਪਰ ਵਾਲੀ ਆਬਾਦੀ ਸੀਨੀਅਰ ਸੈਕੰਡਰੀ ਸਕੂਲ ਤੱਕ ਦਾ ਮੂੰਹ ਨਹੀਂ ਦੇਖਦੀ। ਅਜੇ ਤੱਕ ਦੇਸ਼ ਦੀ ਸਾਰੀ ਜਨਸੰਖਿਆ, ਸਾਰੇ ਜਵਾਕ ਸਕੂਲ ਤੱਕ ਨਹੀਂ ਜਾਣ ਲੱਗੇ। ਅਸੀਂ ਅਜੇ ਤੱਕ ਗਲੀਆਂ ਨਾਲੀਆਂ 'ਚੋਂ ਨਹੀਂ ਨਿਕਲੇ, ਪਿੰਡਾਂ 'ਚੋਂ। ਅਜੇ ਤੱਕ ਅਸੀਂ ਪੂਰੇ ਸਕੂਲ ਹਸਪਤਾਲ ਨਹੀਂ ਬਣਾ ਸਕੇ, ਤੇ ਫਿਰ ਰੁਜ਼ਗਾਰ ਕਿੱਥੋਂ ਦੇਣਾ?
ਸੋ ਕੀ ਆਈਲੈਟਸ ਕਰਾ ਕੇ ਜਹਾਜ਼ ਚੜਾਉਣੇ ਆ ਜਵਾਕ, ਕੀ ਉਹਨਾਂ ਦੇ ਹੱਥਾਂ 'ਚ ਮਤਲਬ ਕਿ ਟੀਕੇ ਹੀ ਫੜਾਉਣੇ ਆ, ਕੀ ਉਹਨਾਂ ਨੂੰ ਰੁਜ਼ਗਾਰ ਦੇ ਲਈ ਧਰਨੇ ਲਾਉਣ ਲਈ ਪੈਣੇ ਆ। ਸੋ ਇਹਦਾ ਹੱਲ ਕਿਹਨੇ ਕਰਨਾ? ਜਦੋਂ ਤੱਕ ਸਰਕਾਰਾਂ ਸਾਡੀਆਂ ਇੱਥੇ ਤਾਂ 5 ਸਾਲਾ ਯੋਜਨਾਵਾਂ ਬਣਦੀਆਂ ਨੇ ਜਤਿੰਦਰ ਜੀ। ਆ ਤੁਸੀਂ ਨਾ ਰੋਪੜ ਨੂੰ ਚੱਲ ਜਾਓ, ਕਰਾਲੀ ਕੋਲ ਇੱਕ ਪੁਲ ਬਣਿਆ ਰੇਲਵੇ ਟਰੈਕ ਦੇ ਉੱਤੇ ਜੀ, ਉਹ ਇੰਨਾ ਭੀੜ ਹੈ ਕਿ ਜੇ ਦੂਜੀ ਗੱਡੀ ਵੀ ਕੋਲੋਂ ਲੰਘਦੇ ਡਰ ਲੱਗਦਾ ਕਿ ਹਾਂ ਪਤਾ ਨਹੀਂ ਵੱਜ ਨਾ ਜਾਵੇ। ਉਹ ਕਹਿੰਦੇ ਜੀ MP ਸਾਹਿਬ ਨੇ ਬਣਾਇਆ ਸੀ ਜੀ, ਕਿ ਉਹ ਕੇਂਦਰੀ ਪ੍ਰੋਜੈਕਟ ਹੈ ਜੀ, ਰੇਲਵੇ ਵਾਲਾ ਨਾਲ ਸੰਬੰਧਿਤ ਹੈ, ਤੇ ਫਿਰ ਇੰਨਾ ਟਾਈਟ ਕਿਉਂ ਬਣਾਇਆ? ਕਹਿੰਦੇ ਜੀ ਉਹ 5 ਸਾਲਾ ਯੋਜਨਾ ਨਾ, ਕਿ ਦੁਬਾਰਾ ਜੇ ਦੂਜੀ ਵਾਰ 5 ਸਾਲ ਮੈਂ ਨਾ ਵੀ ਜਿੱਤਿਆ, ਜਦ 5 ਸਾਲ ਬਾਅਦ ਦੁਬਾਰਾ ਜਿੱਤ ਕੇ ਆਊਂਗਾ ਫਿਰ ਬੜਾ ਕਰਾ ਲਾਂਗੇ। ਸੋ ਇਹ ਫੰਡ ਖਾਣ ਦੀਆਂ ਕਵਾਇਦਾਂ ਨੇ। ਉਹੀ ਹਾਲ ਇਹਦੇ ਵਿੱਚ ਹੈ ਕਿ ਸਾਡੀਆਂ ਸਰਕਾਰਾਂ 100 ਸਾਲਾ ਯੋਜਨਾ ਬਣਾ ਕੇ ਅੱਜ ਵੀ ਪਤਾ ਹੈ ਕਿ ਜੇ ਅੱਜ 142 ਕਰੋੜ ਤੋਂ ਉੱਪਰ ਆਬਾਦੀ ਹੈ ਤਾਂ ਇਹ ਆਬਾਦੀ ਨੇ 167 ਕਰੋੜ ਤੱਕ ਜਾਣਾ ਹੈ, ਉਹ ਤੋਂ ਬਾਅਦ ਘਟਣ ਦੇ ਆਸਾਰ ਨੇ। ਤੇ ਫਿਰ 167 ਕਰੋੜ ਤੱਕ ਦੇ ਲੋਕਾਂ ਦੇ ਹਵਾਲੇ ਨਾਲ ਖਾਣ ਦਾ, ਰੁਜ਼ਗਾਰ ਦਾ, ਰਹਿਣ ਦਾ, ਨਹਾਉਣ ਦਾ, ਧੋਣ ਦਾ, ਪੀਣ ਦੇ ਪਾਣੀ ਦਾ ਪ੍ਰਬੰਧ ਕਿਹਨੇ ਕਰਨਾ? ਸਰਕਾਰਾਂ ਕਾਹਦੇ ਲਈ ਚੁਣਦੇ ਆ ਅਸੀਂ? ਭਾਸ਼ਣ ਦੇਣ ਲਈ, ਰੈਲੀਆਂ ਕਰਨ ਲਈ, ਕਾਗਜ਼ ਦਾਖਲ ਕਰਾਉਣ ਲਈ। ਸੋ ਫਿਰੀ ਜਾਓ ਕਰਨਾਟਕਾ, ਹੈ ਮੋਦੀ ਜੀ ਮੰਗ ਪਾਈ ਜਾਓ ਜੱਫੀਆਂ ਐਪਲ ਵਾਲੇ ਮੁਖੀਆਂ ਨੂੰ। ਸੋ ਇਸ ਕੰਮ ਲਈ ਨਹੀਂ ਚੁਣਦੇ ਸਰਕਾਰਾਂ। ਸੋ ਇਸ ਲਈ ਜਨਸੰਖਿਆ ਵਧਣਾ ਪ੍ਰਾਪਤੀ ਨਹੀਂ, ਫਿਕਰਮੰਦੀ ਹੈ। ਇਸ ਦੇ ਉੱਤੇ ਸਰਕਾਰਾਂ ਗੌਰ ਕਰਨ ਕਿ ਇਹਦੇ ਮਸਲੇ ਚੋਂ ਨਿਕਲਣਾ ਕਿਵੇਂ ਹੈ। ਬਿਲਕੁਲ। ਤਾਂ ਦੀਪ ਜੀ, ਪਹਿਲਾਂ ਇਹ ਹਦਾਇਤ ਕੀਤੀ ਗਈ ਸੀ ਕਿ ਹਰ ਸੂਬਿਆਂ ਦੇ ਵਿੱਚ ਉਹਨਾਂ ਦੀ ਜਿਹੜੀ ਮਾਂ ਬੋਲੀ ਆ ਉਸੇ ਦੇ ਵਿੱਚ ਹੀ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਪੜ੍ਹਾਈ ਕਰਵਾਈ ਜਾਵੇਗੀ। ਤਾਂ ਹੁਣ UGC ਵੱਲੋਂ ਵੀ ਯੂਨੀਵਰਸਿਟੀਆਂ ਨੂੰ ਹਦਾਇਤ ਕਰ ਦਿੱਤੀ ਗਈ ਹੈ ਕਿ ਮਾਂ ਬੋਲੀ ਦੇ ਵਿੱਚ ਹੀ ਪੇਪਰ ਲਏ ਜਾਣ। ਕਿਵੇਂ ਵੇਖਦੇ ਹੋ? ਬਹੁਤ ਚੰਗਾ ਫੈਸਲਾ ਲੱਗਦਾ ਜੀ, ਪਰ ਜੇ ਲਾਗੂ ਹੋ ਜਾਵੇ। ਬਿਲਕੁਲ ਜਿੱਦਾਂ ਜੀ UGC ਨੇ ਜਿਹੜੀਆਂ ਮਤਲਬ ਕਿ ਆਪਣੇ ਨਾਲ ਸੰਬੰਧਿਤ ਉਹਨਾਂ ਦੀ ਯੂਨੀਵਰਸਿਟੀਆਂ ਨੇ ਤੇ ਉਹਨਾਂ ਨਾਲ ਸੰਬੰਧਿਤ ਕਾਲਜ ਨੇ, ਉਹਨਾਂ ਨੂੰ ਸਲਾਹਨੁਮਾ ਹਦਾਇਤ ਭੇਜੀ ਹੈ, ਸਲਾਹ ਦਿੱਤੀ ਹੈ ਜੀ ਕਿ ਜਿਹੜੇ ਵਿਦਿਆਰਥੀ ਕਾਲਜਾਂ 'ਚ, ਯੂਨੀਵਰਸਿਟੀਆਂ 'ਚ ਆਪਣੇ ਇਮਤਿਹਾਨ ਦਿੰਦੇ ਨੇ, ਉਹ ਇਮਤਿਹਾਨ ਜੇਕਰ ਆਪਣੀ ਬੋਲੀ 'ਚ ਦੇਣ ਤਾਂ ਉਹਦੇ ਨਾਲ ਉਹ ਚੰਗਾ ਨਤੀਜੇ ਹਾਸਲ ਕਰ ਸਕਦੇ ਨੇ, ਹੋਰ ਖੁੱਲ੍ਹ ਕੇ ਲਿਖ ਸਕਦੇ ਨੇ। ਉਹ ਕਹਿੰਦੇ ਕਿ ਇੱਕ ਬੰਦਾ ਨਾ ਬਹੁਤ ਮਾਹਰ ਸੀਗਾ ਕਿ ਮੇਰੇ ਤੋਂ ਕੋਈ ਮਰਜ਼ੀ ਭਾਸ਼ਾ ਸੁਣ ਲਓ, ਮੇਰੀ ਪਛਾਣ ਨਹੀਂ ਸਕਦਾ ਕਿ ਮੇਰੀ ਅਸਲੀ ਮਾਂ ਬੋਲੀ ਕਿਹੜੀ ਹੈ। ਉਹ ਰਾਜੇ ਨੇ ਜ਼ੋਰ ਲਾ ਲਿਆ, ਸਾਰੀਆਂ ਭਾਸ਼ਾਵਾਂ ਵਾਲੇ ਮਾਹਰਾਂ ਨੇ ਜ਼ੋਰ ਲਾ ਲਿਆ, ਉਹਦੀ ਭਾਸ਼ਾ ਨਹੀਂ ਪਛਾਣ ਹੋਈ। ਤੇ ਇੱਕ ਜਿਹੜਾ ਉਹਨਾਂ ਦਾ ਸਭ ਤੋਂ ਸਿਆਣਾ ਮੰਤਰੀ ਸੀ, ਉਹ ਕਹਿੰਦਾ ਕਿ ਮਹਾਰਾਜ ਮੈਂ ਪਛਾਣ ਲੂੰ। ਕਹਿੰਦਾ ਅੱਜ ਨਹੀਂ ਜੀ, ਸਵੇਰੇ ਦੱਸੂਗਾ ਤੁਹਾਨੂੰ ਇਹਦੀ ਮਾਂ ਬੋਲੀ ਕਿਹੜੀ ਹੈ। ਉਹਦੇ ਰਾਤ ਨੂੰ ਖਾਣ ਪੀਣ, ਰਹਿਣ ਸੌਣ ਵਧੀਆ ਪ੍ਰਬੰਧ ਕਰਤਾ। ਬਸ ਜਿਹੜਾ ਉਹ ਸੇਵਾਦਾਰ ਸੀ ਉਹਨੂੰ ਕਹਿੰਦਾ ਕਿ ਰਾਤ ਨੂੰ ਖਿੜਕੀ ਖੁੱਲੀ ਰੱਖੀ ਇਹਦੀ ਕਮਰੇ ਵਾਲੀ, ਉਹਨੇ ਖਿੜਕੀ ਦੀ ਕੁੰਡੀ ਨਹੀਂ ਲਾਈ ਚਟਿਕਣੀ। ਤੇ ਰਾਤ ਨੂੰ ਉਹ ਜਿਹੜਾ ਉਹ ਮੰਤਰੀ ਸੀਗਾ ਉਹਨੇ ਅੰਦਰ ਵੜਿਆ, ਜਦ ਦੀ ਰਾਤ ਨੂੰ ਐਨ ਸ਼ਾਂਤੀ ਨਾਲ ਸੁੱਤਾ ਪਿਆ ਸੀ, ਉਹਦੇ ਮੋਹਰਾਂ 'ਚ ਮਾਰੀਆਂ 2 ਡਾਂਗਾਂ। ਤੇ ਜਿੱਦਾਂ ਹੀ ਡਾਂਗ ਪਈ, ਉਹਨੇ ਜਿਹੜੀ ਪਹਿਲੀ ਗਾਲ ਕੱਢੀ, ਉਹ ਕਹਿੰਦਾ ਆਹੀ ਹੈ ਤੇਰੀ ਮਾਂ ਬੋਲੀ। ਸੋ ਜਦੋਂ ਤੁਸੀਂ ਕੋਈ ਆਪਣੇ ਮਨ ਦੇ ਭਾਵ ਪ੍ਰਗਟਾਉਣੇ ਆ ਤਾਂ ਤੁਸੀਂ ਆਪਣੀ ਮਾਂ ਬੋਲੀ 'ਚ ਵਧੀਆ ਪ੍ਰਗਟਾ ਸਕਦੇ ਹੋ। ਮੈਂ ਦਾਅਵੇ ਨਾਲ ਕਹਿਣਾ ਕਿ ਜਿਹੜੇ ਜਵਾਕ ਪੇਪਰ ਲਿਖਦੇ ਨੇ, ਜਦੋਂ ਉਹਦੇ ਵਿੱਚ ਕੋਈ ਲੇਖ, ਕਹਾਣੀ, ਇਬਾਰਤ, ਕੋਈ ਵਿਚਾਰ ਲਿਖਣਾ ਤਾਂ ਉਹ ਸੋਚਦੇ ਆਪਣੀ ਬੋਲੀ 'ਚ ਨੇ, ਫਿਰ ਉਹਨੂੰ ਅਨੁਵਾਦ ਕਰਕੇ ਦੂਜੀ ਭਾਸ਼ਾ 'ਚ ਲਿਖਦੇ ਨੇ। ਇਸ ਲਈ UGC ਦੀ ਜਿਹੜੀ ਇਹ ਸਲਾਹ ਹੈ, ਜੇਕਰ ਇਹ ਸਹੀ ਰੂਪ 'ਚ ਇਸ ਰੂਪ 'ਚ ਆ ਜਾਵੇ ਕਿ ਹਾਂ ਭਾਈ ਪੇਪਰ ਆਪਣੀ ਭਾਸ਼ਾ 'ਚ ਹੀ ਹੋਣਗੇ, ਆਪਣੀ ਬੋਲੀ 'ਚ ਹੀ ਹੋਣਗੇ। ਹੁਣ UGC ਨੇ ਕਿਹਾ ਹੈ ਕਿ ਠੀਕ ਹੈ, ਤੁਸੀਂ ਪੇਪਰ ਦਾ ਸਿਲੇਬਸ ਜਿਹੜਾ ਹੈ ਉਹ ਉਹਨਾਂ ਨੂੰ ਜਿੰਨੀ ਛੇਤੀ ਉਪਲਬਧ ਕਰਾ ਸਕਦੇ ਹੋ ਉਹਨਾਂ ਦੀ ਬੋਲੀ 'ਚ ਕਰਾਓ, ਕਿਤਾਬਾਂ ਜਿੰਨੀ ਛੇਤੀ ਉਪਲਬਧ ਕਰਾ ਸਕਦੇ ਹੋ ਕਰਾਓ। ਜੇਕਰ ਤੁਸੀਂ ਪ੍ਰਸ਼ਨ ਪੱਤਰ ਅੰਗਰੇਜ਼ੀ 'ਚ ਦੇ ਵੀ ਦਿੱਤਾ ਤਾਂ ਵੀ ਕੋਈ ਮਸਲਾ ਨਹੀਂ, ਘੱਟੋ ਘੱਟ ਉਹਨਾਂ ਨੂੰ ਲਿਖਣ ਦੀ ਆਜ਼ਾਦੀ ਦਿਓ ਕਿ ਆਪਣੀ ਬੋਲੀ 'ਚ ਲਿਖਣ। ਸੋ ਇਹ ਸ਼ਲਾਘਾਯੋਗ ਕਦਮ ਹੈ, ਪਰ ਇਹਦੇ ਉੱਤੇ ਅਮਲ ਕੀਤਾ ਜਾਵੇ, ਇਹਦੇ ਵੱਲ ਅੱਗੇ ਵਧਿਆ ਜਾਵੇ, ਨਾ ਕਿ ਸਿਰਫ ਕਾਗਜ਼ੀ ਫਰਮਾ ਰਹਿ ਜਾਣ। ਜਿਵੇਂ ਪੰਜਾਬ 'ਚ ਮਤੇ ਪਾਸ ਹੋ ਜਾਂਦੇ ਨੇ ਕਿ ਪੰਜਾਬ 'ਚ ਪੰਜਾਬੀ ਲਾਗੂ, ਫਿਰ ਲੱਭਦੀ ਹੈ ਨਹੀਂ ਕਿਤੇ, ਹੈ ਨਾ। ਚੰਡੀਗੜ੍ਹ 'ਚ ਪਹਿਲੀ ਭਾਸ਼ਾ ਦਾ ਦਰਜਾ ਪੰਜਾਬੀ ਨੂੰ ਦਬਾ ਕੇ ਰਹਾਂਗੇ, ਮਤੇ ਆ ਜਾਂਦੇ ਨੇ, ਰਾਜਪਾਲ ਦੇ ਘਰੋਂ ਕਦੇ ਲੱਭੇ ਹੀ ਨਹੀਂ ਮੁੜ ਕੇ। ਸੋ ਇਸ ਲਈ ਇਸੇ ਤਰ੍ਹਾਂ UGC ਦੀਆਂ ਹਦਾਇਤਾਂ, ਸਲਾਹਾਂ ਨਾ ਰਹਿ ਜਾਣ, ਅਮਲੀ ਜਾਮਾ ਪਹਿਨਾਣ, ਇਹ ਆਸ ਕਰਦੇ ਹਾਂ। ਬਿਲਕੁਲ। ਤਾਂ ਧੰਨਵਾਦ ਦੀਪਕ ਸ਼ਰਮਾ ਚਨਾਰਥਲ ਜਿਹਨਾਂ ਖਬਰਾਂ ਤੇ ਆਪਣੇ ਇਹ ਵਿਚਾਰ ਸਾਂਝੇ ਕਰਨ ਦੇ ਲਈ। ਸੋ ਅੱਜ ਦੇ ਡਿਸਕਸ਼ਨ ਪੁਆਇੰਟ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਕੱਲ ਮੁੜ ਹਾਜ਼ਰ ਹੋਵਾਂਗੇ ਵੱਡੀਆਂ ਖਬਰਾਂ ਤੇ ਚਰਚਾ ਕਰਨ ਦੇ ਲਈ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਤੁਸੀਂ ਵੇਖਦੇ ਰਹੋ ਗਲੋਬਲ ਪੰਜਾਬ TV। ਸਤਿ ਸ਼੍ਰੀ ਅਕਾਲ।